Students, today we are going to discuss chapter number 7 of book First Flight. Chapter name is Glimpses of India. There are three parts of this chapter: a baker from Goa, Kurg tea from Assam. Now today we are going to discuss first part of this chapter, that is a baker from Goa. First of all, Glimpses of India ਦਾ ਕੀ ਮੀਨਿੰਗ ਆ? ਇਸ ਚੈਪਟਰ ਦੇ ਵਿੱਚ ਇੰਡੀਆ ਦੇ ਵੱਖਰੇ ਵੱਖਰੇ ਪਾਰਟਸ ਦੇ ਬਾਰੇ ਵਿੱਚ ਜਾਂ ਏਰੀਆ ਦੇ ਬਾਰੇ ਵਿੱਚ ਕੀ ਕੀਤੀਆਂ ਗਈਆਂ ਵਾ, ਉਹਨਾਂ ਦੀਆਂ ਝਲਕਾਂ ਜਿਹੜੀਆਂ ਉਹ ਦੱਸੀਆਂ ਗਈਆਂ ਵਾ। ਗਲਿੰਪਸਿਸ ਮੀਨਸ ਝਲਕਾਂ। ਫਸਟ ਪਾਰਟ ਦੇ ਵਿੱਚ ਅਸੀਂ ਕਿਹਦੇ ਬਾਰੇ ਵਿੱਚ ਡਿਸਕਸ ਕਰਾਂਗੇ? ਗੋਆ ਦੇ ਬਾਰੇ ਦੇ ਵਿੱਚ। ਗੋਆ ਦੀ ਜਿਹੜੀ ਝਲਕ ਵਾ ਉਹ ਇਸ ਚੈਪਟਰ ਦੇ ਵਿੱਚ ਐਕਸਪਲੇਨ ਕੀਤੀ ਗਈ ਆ। ਗੋਆ ਤੋਂ ਇਲਾਵਾ ਉੱਥੋਂ ਦੇ ਜਿਹੜੇ ਬੇਕਰਸ ਵਾ ਜੋ ਬ੍ਰੈਡ ਬਣਾਉਂਦੇ ਆ ਉਹਨਾਂ ਦੇ ਬਾਰੇ ਵਿੱਚ ਐਕਸਪਲੇਨ ਕੀਤਾ ਗਿਆ ਵਾ। ਹੁਣ ਇਹ ਚੈਪਟਰ ਜਿਹੜਾ ਵਾ ਕਿਹਦੇ ਦੁਆਰਾ ਰਾਈਟ ਕੀਤਾ ਗਿਆ ਵਾ? ਲੂਸੀਓ ਰੋਡਗਿਊ। ਲੂਸੀਓ ਰੋਡਗਿਊ ਨੇ ਕਿਹਦੇ ਬਾਰੇ ਦੇ ਵਿੱਚ ਦੱਸਿਆ ਹੋਇਆ ਵਾ? ਬੇਕਰਸ ਦੇ ਬਾਰੇ ਦੇ ਵਿੱਚ। ਲੈਟਸ ਸਟਾਰਟ ਰੀਡਿੰਗ ਚੈਪਟਰ। ਦਿਸ ਇਜ਼ ਅ ਪੈਨ ਪੋਰਟਰੇਟ ਆਫ ਟ੍ਰੈਡੀਸ਼ਨਲ ਗੋਨ ਵਿਲੇਜ ਬੇਕਰ ਹੂ ਸਟਿਲ ਹੈਜ਼ ਐਨ ਇੰਪੋਰਟੈਂਟ ਪਲੇਸ ਇਨ ਸੋਸਾਇਟੀ। ਇਹ ਜਿਹੜਾ ਚੈਪਟਰ ਵਾ ਇਹ ਪੈਨ ਪੋਰਟਰੇਟ ਵਾ ਕਿਹਦੇ ਬਾਰੇ ਦੇ ਵਿੱਚ? ਗੋਆ ਦੇ ਬਾਰੇ ਦੇ ਵਿੱਚ। ਉੱਥੋਂ ਦੇ ਜਿਹੜੇ ਪੁਰਾਣੇ ਲੋਕ ਜਾਂ ਪੁਰਾਣੇ ਪਿੰਡ ਵਾ ਉਹਨਾਂ ਦੇ ਬਾਰੇ ਦੇ ਵਿੱਚ ਦੱਸਿਆ ਗਿਆ ਵਾ ਕਿ ਉਸ ਟਾਈਮ 'ਤੇ ਜਿਹੜੇ ਬੇਕਰ ਸੀਗੇ ਉਹਨਾਂ ਦੀ ਕੀ ਇੰਪੋਰਟੈਂਸ ਸੀਗੀ ਉਸ ਟਾਈਮ ਦੀ ਸੁਸਾਇਟੀ ਦੇ ਵਿੱਚ, ਵਿਲੇਜ ਦੇ ਵਿੱਚ। ਆਵਰ ਐਲਡਰਸ ਆਰ ਓਫਨ ਹੀਅਰਡ ਰਿਮਿਨਿਸਿੰਗ ਮੀਨਸ ਸੋਚਣਾ। ਨੋਸਟੈਲਜੀਆ ਮੀਨਸ ਕੋਈ ਪੁਰਾਣੀ ਯਾਦ ਜਾਂ ਪਾਸਟ ਦੇ ਬਾਰੇ ਦੇ ਵਿੱਚ ਕੁਛ ਨਾ ਕੁਛ ਯਾਦ ਹੋਣਾ। ਹੁਣ ਇੱਥੇ ਰਾਈਟਰ ਨੇ ਕੀ ਦੱਸਣਾ ਚਾਹਿਆ ਵਾ ਕਿ ਜਿਹੜੇ ਸਾਡੇ ਤੋਂ ਵੱਡੇ ਆ ਜਾਂ ਸਾਡੇ ਤੋਂ ਐਲਡਰ ਜਿਹੜੇ ਆ ਉਹ ਕੀ ਕਰਦੇ ਆ, ਹਮੇਸ਼ਾ ਪਾਸਟ ਵਿੱਚ ਕੋਈ ਨਾ ਕੋਈ ਜੋ ਚੰਗੀ ਘਟਨਾ ਹੋਈ ਆ ਜੋ ਚੰਗਾ ਵਾਪਰਿਆ ਵਾ ਉਹਨੂੰ ਹਮੇਸ਼ਾ ਉਹ ਕੀ ਕਰਦੇ ਆ, ਚੇਤਾ ਕਰਦੇ ਰਹਿੰਦੇ ਆ। ਹੁਣ ਇੱਥੇ ਉਹਨਾਂ ਨੇ ਗੱਲ ਦੱਸੀ ਆ ਰਾਈਟਰ ਨੇ ਕਿ ਜਿਹੜੇ ਉਹਦੇ ਐਲਡਰ ਸੀਗੇ ਹਮੇਸ਼ਾ ਗੱਲ ਕਰਦੇ ਸੀ ਜਾਂ ਯਾਦ ਕਰਦੇ ਸੀ ਕਿਹਨਾਂ ਨੂੰ? ਪੁਰਤਗੀਜ਼ ਨੂੰ। ਵਾਜ਼ ਓਲਡ ਡੇਜ਼ ਪੁਰਤਗੀਜ਼ ਡੇਜ਼, ਵੀ ਉਹ ਪੁਰਾਣੇ ਦਿਨਾਂ ਦੇ ਵਿੱਚ ਜਿਹੜੇ ਪੁਰਤਗੀਜ਼ ਸੀਗੇ ਉਹ ਬਹੁਤ ਹੀ ਜ਼ਿਆਦਾ ਫੇਮਸ ਸੀਗੇ। ਅਤੇ ਦੂਸਰੇ ਨੰਬਰ 'ਤੇ ਉਹਨਾਂ ਦੁਆਰਾ ਜਿਹੜੇ ਬਣਾਏ ਜਾਂਦੇ ਜਾਂ ਖਾਣ ਵਾਲੇ ਬ੍ਰੈਡ ਸੀਗੇ ਉਹ ਵੀ ਬਹੁਤ ਹੀ ਜ਼ਿਆਦਾ ਮਸ਼ਹੂਰ ਸੀਗੇ, ਬਹੁਤ ਹੀ ਜ਼ਿਆਦਾ ਫੇਮਸ ਸੀਗੇ। ਇਹ ਸਾਰੀਆਂ ਗੱਲਾਂ ਕੌਣ ਦੱਸਦਾ ਸੀ? ਰਾਈਟਰ ਦੇ ਐਲਡਰਸ ਦੱਸਦੇ ਸੀ। ਜਿਹੜੇ ਪੁਰਤਗੀ ਸੀਗੇ ਉਹਨਾਂ ਨੂੰ ਬ੍ਰੈਡ ਖਾਣਾ ਜਾਂ ਲੋਫਸ ਖਾਣਾ ਜਿਹੜਾ ਸੀ ਉਹ ਬਹੁਤ ਹੀ ਜ਼ਿਆਦਾ ਪਸੰਦ ਸੀ। ਹੁਣ ਰਾਈਟਰ ਕੀ ਦੱਸਦਾ ਪਿਆ ਵਾ ਕਿ ਜਿਹੜੇ ਪੁਰਤਗੀਜ਼ ਆ ਹੁਣ ਗੋਆ ਦੇ ਵਿੱਚੋਂ ਚਲੇ ਗਏ ਆ, ਯਾਨੀ ਕਿ ਈਟਰਸ ਆਫ ਲੋਫਸ ਜਿਹੜੇ ਆ ਹੁਣ ਚਲੇ ਗਏ ਆ, ਬਟ ਫਿਰ ਵੀ ਜਿਹੜੇ ਮੇਕਰਸ ਵਾ ਲੋਫਸ ਨੂੰ ਬਣਾਉਣ ਵਾਲੇ ਜਿਹੜੇ ਮੇਕਰਸ ਵਾ ਉਹ ਅਜੇ ਤੱਕ ਇੱਥੇ ਹੈਗੇ ਆ। ਹੁਣ ਰਾਈਟਰ ਕੀ ਦੱਸਣਾ ਚਾਹੁੰਦਾ ਵਾ ਕਿ 3 ਮੇਨ ਪ੍ਰੋਸੈਸ ਹੈਗੇ ਆ ਲੋਫਸ ਨੂੰ ਬਣਾਉਣ ਦੇ। ਪਹਿਲਾ ਵਾ ਮਿਕਸਰ, ਫਿਰ ਆ ਮੋਲਡਰ, ਫਿਰ ਬੇਕ ਕਰਨਾ। ਕਹਿੰਦੇ ਕਿ ਜਿਹੜੇ ਪੁਰਤਗੀਜ਼ ਵਾ ਉਹ ਬੇਸ਼ੱਕ ਚਲੇ ਗਏ, ਵੈਨਿਸ਼ ਹੋ ਗਿਆ, ਬਟ ਫਿਰ ਵੀ ਉਹਨਾਂ ਦੁਆਰਾ ਜਿਹੜੇ ਖਾਣ ਦੇ ਸ਼ੌਕੀਨ ਸੀਗੇ ਜਾਂ ਬਣਾਉਣ ਦੇ ਸ਼ੌਕੀਨ ਸੀਗੇ ਉਹ ਅਜੇ ਵੀ ਇੱਥੇ ਗੋਆ ਦੇ ਵਿੱਚ ਪਾਏ ਜਾਂਦੇ ਆ। ਲਾਸਟ ਲਾਈਨ ਦੇ ਵਿੱਚ ਰਾਈਟਰ ਦੱਸਣਾ ਚਾਹੁੰਦਾ ਆ ਭਾਵੇਂ ਉਹ ਈਟਰਸ ਆਫ ਲੋਫਸ ਵੈਨਿਸ਼ ਹੋ ਗਏ ਆ, ਬਟ ਫਿਰ ਵੀ ਜਿਹੜੇ ਮੇਕਰਸ ਵਾ ਉਹ ਅਜੇ ਤੱਕ ਇੱਥੇ ਮੌਜੂਦ ਵਾ। ਦੋਜ਼ ਏਜ ਓਲਡ ਟਾਈਮ ਟੈਸਟਡ ਫਰਨੈਸ ਸਟਿਲ ਐਗਜ਼ਿਸਟ, ਕਿ ਉਹਨਾਂ ਦੁਆਰਾ ਬਣਾਈਆਂ ਹੋਈਆਂ ਭੱਠੀਆਂ ਭਾਵੇਂ ਉਹਨਾਂ ਵਿੱਚ ਅੱਗ ਭਾਵੇਂ ਬੁਝ ਗਈ ਆ ਪਰ ਫਿਰ ਵੀ ਉਹਨਾਂ ਦੁਆਰਾ ਬਣਾਈਆਂ ਹੋਈਆਂ ਭੱਠੀਆਂ ਅਜੇ ਵੀ ਗੋਆ ਦੇ ਵਿੱਚ ਐਗਜ਼ਿਸਟ ਕਰਦੀਆਂ ਵਾ। ਮਤਲਬ ਉਹਨਾਂ ਦੀ ਹੋਂਦ ਜਿਹੜੀ ਆ ਉਹ ਅਜੇ ਵੀ ਪਾਈ ਜਾਂਦੀ ਹੈ। ਦ ਥਰਡ ਐਂਡ ਜ਼ਿੰਗਲ ਆਫ ਟ੍ਰੈਡੀਸ਼ਨਲ ਬੇਕਰ ਬੈਂਬੂ। ਥਰਡ ਇੱਥੇ ਇਹਨਾਂ ਨੇ ਗੱਲ ਕੀਤੀ ਆ ਆਵਾਜ਼। ਜ਼ਿੰਗਲ ਮਤਲਬ ਘੰਟੀ ਦੀ ਆਵਾਜ਼। ਹੈਡਲਿੰਗ ਮੀਨਸ ਸੁਣਨਾ, ਅਨਾਊਂਸ ਹੋਣਾ। ਜਿਹੜੇ ਉਹਨਾਂ ਦੇ ਬੇਕਰਸ ਦੇ ਆਉਣ ਦੀ ਆਵਾਜ਼ ਜਾਂ ਅਨਾਊਂਸਮੈਂਟ ਜਿਹੜੀ ਆ ਉਹ ਅੱਜ ਵੀ ਉਹਨਾਂ ਦੇ ਜਾਣ ਦੇ ਬਾਵਜੂਦ ਵੀ ਆਉਣ ਦੀ ਆਵਾਜ਼ ਜਿਹੜੀ ਉਹ ਸਾਨੂੰ ਸੁਣਾਈ ਦਿੰਦੀ ਹੈ। ਹੁਣ ਰਾਈਟਰ ਕੀ ਦੱਸਣਾ ਚਾਹੁੰਦਾ ਹੈ ਕਿ ਬੇਕਰਸ ਜਿਹੜੇ ਆ ਭਾਵੇਂ ਉਹ ਚਲੇ ਗਏ ਆ, ਉਹਨਾਂ ਦੀਆਂ ਪੀੜ੍ਹੀਆਂ ਫਿਨਿਸ਼ ਹੋ ਗਈਆਂ, ਬਟ ਜਿਹੜੇ ਉਹਨਾਂ ਦੀ ਅਗਲੀਆਂ ਪੀੜ੍ਹੀਆਂ ਵਾ ਉਹਨਾਂ ਦੀ ਹੋਂਦ ਜਿਹੜੀ ਅਜੇ ਵੀ ਪਾਈ ਜਾਂਦੀ ਆ ਅਤੇ ਉਹਨਾਂ ਦੀ ਆਉਣ ਦੀ ਆਵਾਜ਼ ਜਿਹੜੀ ਅਨਾਊਂਸਮੈਂਟ ਜਿਹੜੀ ਉਹ ਅੱਜ ਵੀ ਸੁਣਾਈ ਦਿੰਦੀ ਹੈ। ਕੁਝ ਜਗ੍ਹਾ 'ਤੇ ਅਜੇ ਵੀ ਉਹਨਾਂ ਦੀ ਹੋਂਦ ਪਾਈ ਜਾਂਦੀ ਹੈ। ਮੇ ਬੀ ਫਾਦਰ ਇਜ਼ ਨੋਟ ਅਲਾਈਵ ਬਟ ਸਨ ਸਟਿਲ ਕੈਰੀਜ਼ ਔਨ ਫੈਮਿਲੀ ਪ੍ਰੋਫੈਸ਼ਨ। ਭਾਵੇਂ ਕਿ ਉਹਨਾਂ ਦੇ ਪਿਓ ਦਾਦੇ ਜਿਹੜੇ ਉਹ ਚਲੇ ਗਏ ਆ, ਮਰ ਗਏ ਆ, ਪਰ ਫਿਰ ਵੀ ਉਹਨਾਂ ਦਾ ਜਿਹੜਾ ਪ੍ਰੋਫੈਸ਼ਨ ਆ ਉਹ ਕੈਰੀ ਔਨ ਆ ਕਿਹਨਾਂ ਦੁਆਰਾ? ਉਹਨਾਂ ਦੇ ਬੱਚਿਆਂ ਦੁਆਰਾ। ਇਹ ਜਿਹੜਾ ਪ੍ਰੋਫੈਸ਼ਨ ਵਾ ਅਜੇ ਵੀ ਉਹ ਖ਼ਤਮ ਨਹੀਂ ਹੋਇਆ। ਦ ਬੇਕਰਸ ਟੂਡੇ ਨੋਨ ਐਜ਼ ਪੈਡਰ ਇਨ ਗੋਆ। ਅੱਜ ਕੱਲ੍ਹ ਦੇ ਜਿਹੜੇ ਬੇਕਰਸ ਵਾ ਉਹ ਗੋਆ ਦੇ ਵਿੱਚ ਜਾਣੇ ਜਾਂਦੇ ਆ ਕਿਸ ਨਾਮ ਦੇ ਨਾਲ? ਪੈਡਰ ਦੇ ਨਾਮ ਦੇ ਨਾਲ। ਮਤਲਬ ਉਹਨਾਂ ਦੀ ਹੋਂਦ ਅਜੇ ਵੀ ਗੋਆ ਦੇ ਵਿੱਚ ਵਿਲੇਜ ਦੇ ਵਿੱਚ ਪਾਈ ਜਾਂਦੀ ਹੈ। ਨੈਕਸਟ ਪਾਰਟ ਦੇ ਵਿੱਚ, ਨੈਕਸਟ ਪੈਰਾਗ੍ਰਾਫ ਦੇ ਵਿੱਚ ਰਾਈਟਰ ਨੇ ਆਪਣੇ ਚਾਈਲਡਹੁੱਡ ਦੇ ਬਾਰੇ ਵਿੱਚ ਦੱਸਿਆ ਵਾ
ਆਪਣੇ ਬਚਪਨ ਦੇ ਵਿੱਚ ਦੱਸਿਆ ਵਾ ਜਦੋਂ ਗੋਆ ਦੇ ਵਿੱਚ ਰਹਿੰਦੇ ਸੀ ਉਸ ਟਾਈਮ 'ਤੇ ਉਹਨਾਂ ਨੇ ਦੱਸਿਆ ਵਾ ਕਿ ਜਿਹੜੇ ਬੇਕਰ ਸੀਗੇ ਉਹ ਸਾਡੇ ਵਾਸਤੇ ਇੱਕ ਦੋਸਤ ਦੀ ਤਰ੍ਹਾਂ ਸੀ, ਫਰੈਂਡਸ ਦੀ ਤਰ੍ਹਾਂ ਸੀ, ਕੰਪੈਨੀਅਨ ਦੀ ਤਰ੍ਹਾਂ ਸੀ ਔਰ ਇੱਕ ਗਾਈਡ ਦੀ ਤਰ੍ਹਾਂ ਸੀ। ਮਤਲਬ ਉਹ ਬਹੁਤ ਹੀ ਜ਼ਿਆਦਾ ਫਰੈਂਡਲੀ ਹੁੰਦੇ ਸੀ ਉਹਨਾਂ ਦੇ ਬਚਪਨ ਦੇ ਵਿੱਚ। ਹੀ ਯੂਜ਼ ਟੂ ਕਮ ਐਟ ਲੀਸਟ ਟਵਾਈਸ ਅ ਡੇ, ਦਿਨ ਦੇ ਵਿੱਚ ਉਹ 2 ਵਾਰੀ ਆਉਂਦੇ ਸੀ। ਕੌਣ ਆਉਂਦੇ ਸੀ? ਬੇਕਰਸ ਆਉਂਦੇ ਸੀ। ਕਿੱਥੇ? ਵਿਲੇਜ ਦੇ ਵਿੱਚ। ਵੰਸ ਵੈਨ ਹੀ ਸੈਟ ਆਊਟ ਇਨ ਮੋਰਨਿੰਗ ਔਨ ਹਿਜ਼ ਸੈਲਿੰਗ ਰਾਊਂਡ ਦੈਨ ਅਗੇਨ, ਇੱਕ ਵਾਰੀ ਉਹ ਆਉਂਦੇ ਸੀ ਮੋਰਨਿੰਗ ਦੇ ਵਿੱਚ ਜਦੋਂ ਉਹਨਾਂ ਦੀ ਬਾਸਕਟ ਪੂਰੀ ਭਰੀ ਹੁੰਦੀ ਸੀ। ਉਹਨਾਂ ਬਾਸਕਟ ਦੇ ਵਿੱਚ ਜਿਹੜਾ ਸਮਾਨ ਹੁੰਦਾ ਸੀ, ਲੋਫਸ ਹੁੰਦੇ ਸੀ, ਉਹਨਾਂ ਨੂੰ ਵੇਚਣ ਵਾਸਤੇ ਆਉਂਦੇ ਸੀ। ਦੂਸਰਾ ਉਹ ਸ਼ਾਮ ਦੇ ਟਾਈਮ ਆਉਂਦੇ ਸੀ ਜਦ ਉਹਨਾਂ ਦੀ ਬਾਸਕਟ ਪੂਰੀ ਤਰ੍ਹਾਂ ਕੀ ਹੁੰਦੀ ਸੀ? ਖਾਲੀ ਹੁੰਦੀ ਸੀ। ਮੀਨਸ ਇੱਕ ਵਾਰੀ ਉਹ ਵੇਚਣ ਵਾਸਤੇ ਆਉਂਦੇ ਸੀ ਔਰ ਇੱਕ ਵਾਰੀ ਉਹ ਆਪਣਾ ਜਿਹੜਾ ਵਿਕਿਆ ਹੋਇਆ ਸਮਾਨ ਸੀ ਉਹਨਾਂ ਨੂੰ ਬਣੇ ਹੋਏ ਜਿਹੜੇ ਪੈਸੇ ਸੀ ਉਹਨਾਂ ਵਾਸਤੇ ਉਹ ਵਾਪਸ ਆਉਂਦੇ ਸੀ। ਦ ਜ਼ਿੰਗਲਿੰਗ ਥਰਡ ਆਫ ਹਿਸ ਬੈਂਬੂ ਵੋਕ ਅਪ ਅਸ ਫਰੋਮ ਦਾ ਸਲੀਪ। ਹੁਣ ਉਹਨਾਂ ਦੀ ਜਿਹੜੀ ਜ਼ਿੰਗਲਿੰਗ ਸੀਗੀ, ਮਤਲਬ ਜਦੋਂ ਆਉਂਦੇ ਸੀ ਉਹ ਬੈਂਬੂ ਦੇ ਨਾਲ ਇੱਕ ਸਾਊਂਡ ਪਲੇ ਕਰਦੇ ਸੀ ਔਰ ਜਿਹੜੀ ਸਾਊਂਡ ਸੀਗੀ, ਜਿਹੜੀ ਜ਼ਿੰਗਲਿੰਗ ਸੀ, ਉਹ ਅੱਜ ਵੀ ਉਹਨਾਂ ਨੂੰ ਸੁਣਾਈ ਦਿੰਦੀ ਹੈ। ਰਾਈਟਰ ਕੀ ਦੱਸਦੇ ਹਨ ਕਿ ਜਦੋਂ ਆਉਂਦੇ ਸੀ ਮੋਰਨਿੰਗ ਦੇ ਵਿੱਚ ਉਦੋਂ ਉਹਨਾਂ ਦੀ ਜਿਹੜੀ ਜ਼ਿੰਗਲਿੰਗ ਦੀ ਆਵਾਜ਼ ਸੀ ਉਹਨਾਂ ਨੂੰ ਸੁੱਤਿਆਂ ਨੂੰ ਉਠਾ ਦਿੰਦੀ ਸੀ ਔਰ ਉਹ ਉੱਠ ਕੇ ਉਸੇ ਵੇਲੇ ਭੱਜ ਜਾਂਦੇ ਸੀ ਕਿਹਨਾਂ ਨੂੰ ਮਿਲਣ ਵਾਸਤੇ? ਬੇਕਰਸ ਨੂੰ ਮਿਲਣ ਵਾਸਤੇ ਔਰ ਗ੍ਰੀਟ ਹਿਮ, ਔਰ ਉਹਨਾਂ ਨੇ ਉਹ ਕੀ ਕਰਦੇ ਸੀ? ਵਿਸ਼ ਕਰਦੇ ਸੀ। ਵਾਈ ਵਾਜ਼ ਇਟ ਸੋ? ਵਾਜ਼ ਇਟ ਫॉर ਲਵ ਆਫ ਲੋਫ? ਕਹਿੰਦੇ ਕਿ ਇਹ ਅਸੀਂ ਕਿਉਂ ਕਰਦੇ ਸੀ ਬਚਪਨ ਦੇ ਵਿੱਚ ਛੋਟੇ ਹੁੰਦਿਆਂ? ਕਿਉਂਕਿ ਸਾਡਾ ਪਿਆਰ ਸੀ ਕਿਹਨਾਂ ਨਾਲ? ਲੋਫਸ ਦੇ ਨਾਲ? ਨਹੀਂ। ਦ ਲੋਫਸ ਵਰ ਬਾਊਟ ਬਾਈ ਸਮ ਪੈਕਿੰਗ ਐਂਡ ਬੈਸਟਾਈਨ। ਕਹਿੰਦੇ ਕਿ ਜਿਹੜੇ ਲੋਫ ਸੀਗੇ ਉਹ ਤਾਂ ਖਰੀਦੇ ਜਾਂਦੇ ਸੀ ਕਿਹਨਾਂ ਦੁਆਰਾ? ਸਾਡੇ ਘਰ ਦੀਆਂ ਜਿਹੜੀਆਂ ਮੇਟ ਸੀਗੀਆਂ, ਪਾਸਕਿਨ ਐਂਡ ਬੈਸਕਿਨ, ਉਹਨਾਂ ਦੇ ਦੁਆਰਾ ਖਰੀਦੇ ਜਾਂਦੇ ਸੀ, ਸਾਡੇ ਸਰਵੈਂਟਸ ਦੇ ਦੁਆਰਾ ਖਰੀਦੇ ਜਾਂਦੇ ਸੀ। ਵਟ ਵੀ ਲਵ ਫੋਰ ਵਰ ਟੂ ਦਾ ਬ੍ਰੈਡ ਬੈਂਗਲਸ ਵਿਚ ਵੀ ਚੂਜ਼ ਕੇਅਰਫੁਲੀ। ਅਸੀਂ ਕਿਉਂ ਜਲਦੀ ਉੱਠਦੇ ਸੀ, ਕਿਉਂ ਭੱਜੇ ਜਾਂਦੇ ਸੀ ਬੇਕਰਸ ਦੇ ਵੱਲ? ਕਿਉਂਕਿ ਉਸ ਟਾਈਮ 'ਤੇ ਅਸੀਂ ਕੀ ਕਰਨਾ ਹੁੰਦਾ ਸੀ? ਚੂਜ਼ ਕਰਨਾ ਹੁੰਦਾ ਸੀ ਵੀ ਕਿਸ ਤਰ੍ਹਾਂ ਦਾ ਬ੍ਰੈਡ ਜਿਹੜਾ ਵਾ, ਲੋਫ ਜਿਹੜਾ ਵਾ ਉਹ ਅਸੀਂ ਖਾਣਾ ਵਾ। ਮੀਨਸ ਕਿ ਬ੍ਰੈਡ ਦੇ ਜਿਹੜੇ ਲੋਫ ਸੀਗੇ ਉਹਦੇ ਨਾਲ ਇੰਨਾ ਜ਼ਿਆਦਾ ਪਿਆਰ ਸੀ ਚਾਈਲਡਹੁੱਡ ਵਿੱਚ ਰਾਈਟਰ ਨੂੰ ਕਿ ਆਪਣੀ ਪਸੰਦ ਦੇ ਜਿਹੜੇ ਲੋਫ ਸੀਗੇ ਉਹਨਾਂ ਨੂੰ ਸਿਲੈਕਟ ਕਰਨ ਵਾਸਤੇ ਕਿ ਕਿਤੇ ਉਹ ਖ਼ਤਮ ਨਾ ਹੋ ਜਾਣ, ਉਹ ਅੱਧੀ ਨੀਂਦ ਦੇ ਵਿੱਚ ਉੱਠ ਕੇ ਜਿਹੜਾ ਬੇਕਰ ਸੀਗਾ ਉਹਦੇ ਵੱਲੋਂ ਭੱਜੇ ਜਾਂਦੇ ਸੀ ਔਰ ਉਹਦੀ ਜਿਹੜੀ ਬਾਸਕਟ ਸੀ ਉਹਦੇ ਵਿੱਚੋਂ ਕੇਅਰਫੁਲੀ ਹਰ ਇੱਕ ਆਈਟਮ ਜਿਹੜੀ ਸੀ ਸਪੈਸ਼ਲ ਜਿਹੜੀ ਬਣਾਈ ਜਾਂਦੀ ਸੀ, ਜਿਵੇਂ ਸਵੀਟ ਬ੍ਰੈਡ ਹੁੰਦੇ ਸੀ, ਉਹਨਾਂ ਨੂੰ ਉਹ ਚੂਜ਼ ਕਰਨ ਵਾਸਤੇ ਉੱਠ ਕੇ ਬਾਹਰ ਵੱਲ ਨੂੰ ਚਲੇ ਜਾਂਦੇ ਸੀ। ਹੁਣ ਰਾਈਟਰ ਇਹ ਸਾਰਾ ਕੁਝ ਆਪਣੇ ਚਾਈਲਡਹੁੱਡ ਬਾਰੇ ਦੱਸਦੇ ਪਏ ਆ। ਹੁਣ ਉਹ ਕੀ ਦੱਸਦੇ ਪਏ ਆ? ਦ ਬੇਕਰ ਮੇਡ ਹਿਜ਼ ਮਿਊਜ਼ੀਕਲ ਐਂਟਰੀ ਔਨ ਸੀਨ ਵਿਦ ਜ਼ੈਂਗ ਜ਼ੈਂਗ, ਕਿ ਜਦੋਂ ਜਿਹੜਾ ਬੇਕਰ ਸੀ ਉਹ ਵਿਲੇਜ ਦੇ ਵਿੱਚ ਆਉਂਦਾ ਸੀ ਉਸ ਟਾਈਮ 'ਤੇ ਜ਼ੈਂਗ ਜ਼ੈਂਗ ਦੀ ਆਵਾਜ਼ ਜਿਹੜੀ ਸੀ ਉਹ ਸਾਰੇ ਹੀ ਬੈਂਬੂ ਦੇ ਨਾਲ ਜਦੋਂ ਉਹ ਪਲੇ ਕਰਦੇ ਸੀ ਉਹ ਸਾਰੇ ਹੀ ਬੱਚਿਆਂ ਦੇ ਕੰਨਾਂ ਦੇ ਵਿੱਚ ਚਲੇ ਜਾਂਦੀ ਸੀ ਔਰ ਉਹ ਭੱਜੇ ਆਉਂਦੇ ਸੀ ਕਾਹਦੇ ਵਾਸਤੇ? ਉਹਦੀ ਬਾਸਕਟ ਨੂੰ ਚੈੱਕ ਕਰਨ ਵਾਸਤੇ, ਉਹਦੀ ਬਾਸਕਟ ਦੇ ਵਿੱਚੋਂ ਆਪਣੀ ਪਸੰਦ ਦੀਆਂ ਆਈਟਮਸ ਜਿਹੜੀਆਂ ਸੀ ਉਹ ਸਿਲੈਕਟ ਕਰਨ ਵਾਸਤੇ। ਔਨ ਹੈਂਡ ਸਪੋਰਟਡ ਦਾ ਬਾਸਕਟ ਔਨ ਹਿਜ਼ ਹੈਡ, ਕਿ ਉਹਨੇ ਆਪਣੇ ਸਿਰ ਦੇ ਉੱਤੇ ਇੱਕ ਬਾਸਕਟ ਰੱਖੀ ਹੁੰਦੀ ਸੀ। ਅਦਰ ਹੈਂਡ ਬੈਂਬੂ ਔਨ ਗਰਾਊਂਡ, ਇੱਕ ਸਾਈਡ 'ਤੇ ਉਹਨੇ ਬਾਸਕਟ ਰੱਖੀ ਹੁੰਦੀ ਔਰ ਦੂਸਰੀ ਸਾਈਡ 'ਤੇ ਉਹ ਕੀ ਕਰਦਾ ਸੀ? ਪਲੇ ਕਰਦਾ ਹੁੰਦਾ ਸੀ ਕੀ? ਸਾਊਂਡ। ਕਾਹਦੇ ਵਾਸਤੇ? ਆਪਣੇ ਜਿਹੜੇ ਲੋਫ ਸੀਗੇ ਉਹਨਾਂ ਨੂੰ ਸੋਲਡ ਕਰਨ ਵਾਸਤੇ, ਉਹਨਾਂ ਨੂੰ ਵੇਚਣ ਵਾਸਤੇ। ਹੀ ਵੁੱਡ ਗ੍ਰੀਟ ਲੇਡੀ ਆਫ ਹਾਊਸ ਵਿਦ ਅ ਗੁੱਡ ਮਾਰਨਿੰਗ, ਔਰ ਉਹਨਾਂ ਦਾ ਬਿਹੇਵੀਅਰ ਜਿਹੜਾ ਸੀ ਬੇਕਰਸ ਦਾ ਉਹ ਬਹੁਤ ਹੀ ਜ਼ਿਆਦਾ ਵਧੀਆ ਸੀ। ਉਹ ਆਉਂਦਿਆਂ ਹੀ ਸਾਰਿਆਂ ਨੂੰ ਸਪੈਸ਼ਲੀ ਲੇਡੀਜ਼ ਨੂੰ ਕੀ ਕਰਦੇ ਸੀ? ਗ੍ਰੀਟਿੰਗ ਕਰਦੇ ਸੀ। ਕਾਹਦੇ ਨਾਲ? ਗੁੱਡ ਮਾਰਨਿੰਗ ਦੇ ਨਾਲ। ਔਰ ਬੱਚਿਆਂ ਦੇ ਨਾਲ ਉਹ ਬਹੁਤ ਹੀ ਜ਼ਿਆਦਾ ਪਿਆਰ ਜਿਹੜਾ ਸੀ ਉਹ ਪ੍ਰੈਜ਼ੈਂਟ ਕਰਦੇ ਸੀ, ਜਿਸ ਕਰਕੇ ਜਿਹੜੇ ਬੱਚੇ ਔਰ ਲੇਡੀਜ਼ ਜਿਹੜੀਆਂ ਸੀ ਉਹਨਾਂ ਨੂੰ ਬੇਕਰਸ ਦਾ ਬਿਹੇਵੀਅਰ ਔਰ ਉਹਨਾਂ ਦੁਆਰਾ ਬਣਾਏ ਹੋਏ ਜਿਹੜੇ ਲੋਫ ਸੀਗੇ, ਬ੍ਰੈਡ ਸੀਗੇ, ਉਹ ਬਹੁਤ ਹੀ ਜ਼ਿਆਦਾ ਪਸੰਦ ਸੀ। ਹੁਣ ਰਾਈਟਰ ਦੱਸਦੇ ਹਨ ਕਿ ਜਦੋਂ ਬੇਕਰ ਦੀ ਜਿਹੜੀ ਬਾਸਕਟ ਸੀ ਉਹਨੂੰ ਉਹ ਚੈੱਕ ਕਰਦੇ ਸੀ, ਵੀ ਕਿਡਸ ਵੁੱਡ ਬੀ ਪੁਸ਼ਡ ਅਸਾਈਡ ਵਿਦ ਮਿਲਡ ਰਿਬਿਊਕ, ਵੀ ਸਾਨੂੰ ਇੱਕ ਸਾਈਡ 'ਤੇ ਧੱਕ ਦਿੱਤਾ ਜਾਂਦਾ ਸੀ ਔਰ ਅਸੀਂ ਬਹੁਤ ਸਾਰੀਆਂ ਗਾਲਾਂ ਖਾਂਦੇ ਸੀ ਜਦੋਂ ਜਿਹੜਾ ਬੇਕਰ ਸੀ ਉਹ ਡਿਲੀਵਰ ਕਰਨਾ ਹੁੰਦਾ ਸੀ ਕਿਹਨੂੰ? ਬ੍ਰੈਡਸ ਨੂੰ, ਲੋਫਸ ਨੂੰ ਜਦੋਂ ਡਿਲੀਵਰ ਕਰਨਾ ਹੁੰਦਾ ਸੀ ਸਾਨੂੰ ਬਹੁਤ ਹੀ ਸਾਰੀਆਂ ਗਾਲਾਂ ਜਿਹੜੀਆਂ ਸੀ ਉਹ ਪੈਂਦੀਆਂ ਸੀ। ਬਟ ਵੀ ਵੁੱਡ ਨਾਟ ਗਿਵ ਅਪ, ਵੀ ਪਰ ਅਸੀਂ ਫਿਰ ਵੀ ਆਪਣਾ ਜਿਹੜਾ ਹੌਸਲਾ ਸੀ ਉਹ ਛੱਡਦੇ ਨਹੀਂ ਸੀ। ਵੀ ਵੁੱਡ ਕਲਿੰਬ ਆ ਬੈਂਚ, ਅਤੇ ਅਸੀਂ ਇੱਕ ਬੈਂਚ ਦੇ ਉੱਪਰ ਚੜ੍ਹ ਜਾਂਦੇ ਸੀ ਔਰ ਆਪਣਾ ਜਿਹੜਾ ਕੰਮ ਸੀ ਉਹ ਕੰਟੀਨਿਊ ਰੱਖਦੇ ਸੀ। ਕੰਮ ਮੀਨਸ ਕਿ ਅਸੀਂ ਬਹੁਤ ਕੇਅਰਫੁਲੀ ਜਿਹੜੇ ਬ੍ਰੈਡ ਸੀਗੇ, ਲੋਫਸ ਜਿਹੜੇ ਸੀਗੇ ਉਹਨਾਂ ਨੂੰ ਸਿਲੈਕਟ ਕਰਦੇ ਸੀ। ਆਈ ਕੈਨ ਸਟਿਲ ਰਿਕਾਲ ਟਿਪੀਕਲ ਫਰੈਗਨੈਂਸ, ਕਹਿੰਦੇ ਕਿ ਜਿਹੜੀ ਸਾਡੀ ਉਸ ਟਾਈਮ 'ਤੇ ਜਿਹੜੀ ਫਰੈਗਨੈਂਸ ਸੀਗੀ ਕਿਹਨਾਂ ਦੀ? ਉਹਨਾਂ ਲੋਫਸ ਦੀ ਜਿਹੜੀ ਸੀਗੀ ਉਹ ਸਾਨੂੰ ਕੀ ਕਰਦੀ ਸੀ? ਉਹਨਾਂ ਲੋਫਸ ਵੱਲ, ਬ੍ਰੈਡਸ ਵੱਲ ਖਿੱਚ ਕੇ ਲੈ ਜਾਂਦੀ ਸੀ।
ਹੁਣ ਰਾਈਟਰ ਇੱਥੇ ਕੀ ਦੱਸਣਾ ਚਾਹੁੰਦਾ ਕਿ ਬਚਪਨ ਦੇ ਵਿੱਚ ਉਹਨਾਂ ਨੂੰ ਜਿਹੜੇ ਲੋਫ ਸੀਗੇ, ਜਿਹੜੇ ਬ੍ਰੈਡ ਸੀਗੇ, ਉਹ ਬਹੁਤ ਹੀ ਜ਼ਿਆਦਾ ਪਸੰਦ ਸੀ, ਇੰਨੇ ਜ਼ਿਆਦਾ ਉਹ ਲਾਈਕ ਕਰਦੇ ਸੀ। ਹੁਣ ਅੱਗੇ ਲਾਈਨ ਦੇ ਵਿੱਚ ਕੀ ਦੱਸਿਆ ਗਿਆ ਵਾ, ਦੈਨ ਵੀ ਡਿਡ ਨੋਟ ਈਵਨ ਕੇਅਰ ਟੂ ਬਰਸ਼, ਕਿ ਈਵਨ ਅਸੀਂ ਉਸ ਟਾਈਮ 'ਤੇ ਬਰਸ਼ ਵੀ ਨਹੀਂ ਸੀ ਕਰਦੇ, ਕਿਉਂਕਿ ਇੰਨਾ ਜਿਹੜਾ ਕਸ਼ਟ ਜਿਹੜਾ ਸੀ ਉਹ ਕੌਣ ਕਰਦਾ। ਉਸ ਟਾਈਮ 'ਤੇ ਬਰਸ਼ ਜਿਹੜੇ ਸੀ ਉਹ ਨਹੀਂ ਸੀ ਹੁੰਦੇ, ਬਲਕਿ ਉਹਨਾਂ ਨੂੰ ਕੀ ਕਰਨਾ ਪੈਂਦਾ ਸੀ, ਜਿਹੜਾ ਮੈਂਗੋ ਦਾ ਟਰੀ ਸੀਗਾ ਉਹਦੀ ਟਾਹਣੀ ਤੋੜ ਕੇ ਉਹਦਾ ਹੀ ਬਰਸ਼ ਬਣਾ ਕੇ, ਯਾਨੀ ਕਿ ਜਿਹੜੀ ਦਾਤਣ ਜਿਹੜੀ ਸੀ ਉਸ ਟਾਈਮ 'ਤੇ ਕੀਤੀ ਜਾਂਦੀ ਸੀ। ਔਰ ਮੈਂਗੋ ਦੇ ਟਰੀ ਦੇ ਉੱਪਰ ਚੜ੍ਹਨਾ, ਫਿਰ ਉਹ ਦਾਤਣ ਨੂੰ ਤੋੜ ਕੇ ਫਿਰ ਉਹਨੂੰ ਬਰਸ਼ ਕਰਨਾ, ਜਿਹੜਾ ਇੰਨਾ ਸਾਰਾ ਕਸ਼ਟ ਜਿਹੜਾ ਸੀ ਉਹ ਕਰਨ ਦੇ ਵਿੱਚ ਉਹਨਾਂ ਨੂੰ ਕੋਈ ਵੀ ਇੰਟਰਸਟ ਨਹੀਂ ਸੀ। ਉਸ ਟਾਈਮ 'ਤੇ ਉਹਨਾਂ ਦਾ ਜਿਹੜਾ ਮੇਨ ਇੰਟਰਸਟ ਸੀ ਉਹ ਕਿਹਦੇ ਵਿੱਚ ਸੀਗਾ, ਜਿਹੜੇ ਲੋਫ ਸੀਗੇ ਉਹਨਾਂ ਨੂੰ ਸਿਲੈਕਟ ਕਰਨ ਵਿੱਚ ਹੁੰਦਾ ਸੀ। ਮਤਲਬ ਉਹ ਇੰਨਾ ਜ਼ਿਆਦਾ ਫ੍ਰੈਗਰੈਂਸ ਨੂੰ ਔਰ ਜਿਹੜੀ ਉੱਥੋਂ ਦੀ ਲੋਫ ਸੀਗੇ ਉਹਨਾਂ ਨੂੰ ਪਸੰਦ ਕਰਦੇ ਸੀ, ਉਹਨਾਂ ਵਾਸਤੇ ਜਿਹੜਾ ਬਰਸ਼ ਕਰਨਾ ਵਾ ਜਾਂ ਮੈਂਗੋ ਦੇ ਉੱਪਰੋਂ ਲੀਫ ਤੋੜ ਕੇ ਬਰਸ਼ ਕਰਨਾ ਜਿਹੜਾ ਸੀ ਉਹ ਵੀ ਇੰਨਾ ਜ਼ਿਆਦਾ ਨੈਸੈਸਰੀ ਨਹੀਂ ਸੀ ਹੁੰਦਾ। ਦ ਟਾਈਗਰ ਨੈਵਰ ਬਰਸ਼, ਕਿ ਉਸ ਟਾਈਮ 'ਤੇ ਉਹ ਕੀ ਸੋਚਦੇ ਸੀ ਕਿ ਸ਼ੇਰ ਨੂੰ ਕਦੀ ਵੀ ਦੰਦਾਂ ਦੇ ਬਰਸ਼ ਕਰਨ ਦੀ ਲੋੜ ਨਹੀਂ ਪੈਂਦੀ। ਜਿਹੜੀ ਗਰਮ ਚਾਹ ਵਾ ਉਹ ਆਟੋਮੈਟਿਕਲੀ ਕੀ ਕਰ ਦਿੰਦੀ ਹੈ, ਸਾਡੇ ਜਿਹੜੇ ਤੀਤ ਵਾ ਉਹਨਾਂ ਨੂੰ ਨੀਟ ਐਂਡ ਕਲੀਨ ਕਰ ਦਿੰਦੀ ਹੈ, ਇਸ ਲਈ ਸਾਨੂੰ ਉਸ ਟਾਈਮ 'ਤੇ ਜਿਹੜੇ ਬਰਸ਼ ਕਰਨ ਦੀ ਵੀ ਲੋੜ ਮਹਿਸੂਸ ਨਹੀਂ ਸੀ ਹੁੰਦੀ। ਬਸ ਉਹਨਾਂ ਦਾ ਮੇਨ ਫੋਕਸ ਜਿਹੜਾ ਕਿਹਦੇ ਵਿੱਚ ਹੁੰਦਾ ਸੀ, ਲੋਵਸ ਨੂੰ ਕਲੈਕਟ ਕਰਨ ਦੇ ਵਿੱਚ ਹੁੰਦਾ ਸੀ ਔਰ ਉਹਨਾਂ ਨੂੰ ਚੂਜ਼ ਕਰਨ ਦੇ ਵਿੱਚ ਹੁੰਦਾ ਸੀ। ਰਾਈਟਰ ਨੇ ਇੱਥੇ ਆਪਣੀਆਂ ਛੋਟੀਆਂ ਬਚਪਨ ਦੀਆਂ ਚਾਈਲਡਹੁੱਡ ਦੀਆਂ ਯਾਦਾਂ ਦੱਸੀਆਂ ਵਾ ਕਿ ਕਿਵੇਂ ਉਹ ਭੱਜੇ ਜਾਂਦੇ ਸੀ ਕਿਹਦੇ ਵੱਲ, ਬੇਕਰ ਦੇ ਵੱਲ। ਨੈਕਸਟ ਪੈਰਾਗ੍ਰਾਫ ਦੇ ਵਿੱਚ ਰਾਈਟਰ ਕੀ ਦੱਸਣਾ ਚਾਹੁੰਦੇ ਆ ਕਿ ਉਸ ਟਾਈਮ 'ਤੇ ਗੋਆ ਦੇ ਵਿੱਚ ਜਿਹੜੇ ਲੋਫ ਸੀਗੇ ਉਹਨਾਂ ਦਾ ਕਿੰਨਾ ਜ਼ਿਆਦਾ ਇੰਪੋਰਟੈਂਸ ਸੀਗੀ। ਮੈਰਿਜ ਗਿਫਟਸ ਆਰ ਮੀਨਿੰਗਲੈਸ ਵਿਦਆਊਟ ਸਵੀਟ ਬ੍ਰੈਡ, ਕਿ ਜਿਹੜੀਆਂ ਮੈਰਿਜ ਸੀਗੀਆਂ, ਜਦ ਤੱਕ ਮੈਰਿਜ ਦੇ ਵਿੱਚ ਸਵੀਟ ਬ੍ਰੈਡ ਨਹੀਂ ਸੀ ਹੁੰਦਾ, ਉਹ ਮੈਰਿਜ ਜਿਹੜੀ ਸੀਗੀ ਉਹ ਮੀਨਿੰਗਲੈਸ ਹੁੰਦੀ ਸੀ। ਉੱਥੇ ਜਿਹੜਾ ਸਵੀਟ ਬ੍ਰੈਡ ਜਿਵੇਂ ਬੋਲ ਜਸਟ ਐਜ਼ ਅ ਪਾਰਟੀ, ਕਿ ਜਿਵੇਂ ਪਾਰਟੀ ਕੋਈ ਵੀ ਹੁੰਦੀ ਸੀ, ਗੋਲ ਬ੍ਰੈਡ ਜਿਹੜੇ ਆ, ਸਵੀਟ ਬ੍ਰੈਡ ਜਿਹੜੇ ਸੀ ਉਹ ਉੱਥੇ ਹੁੰਦੇ ਸੀ। ਦ ਲੇਡੀ ਆਫ ਹਾਊਸ ਮਸਟ ਪ੍ਰਪੇਅਰ ਸੈਂਡਵਿਚ ਔਨ ਓਕੇਸ਼ਨ ਆਫ ਹਰ ਡਾਟਰ ਅੰਗੇਜਮੈਂਟ, ਜਦ ਵੀ ਕਿਸੇ ਲੜਕੀ ਦੀ ਕੋਈ ਵੀ ਮੈਰਿਜ ਹੁੰਦੀ ਸੀ ਜਾਂ ਅੰਗੇਜਮੈਂਟ ਹੁੰਦੀ ਸੀ, ਅੰਗੇਜਮੈਂਟ ਦੇ ਵਿੱਚ ਸੈਂਡਵਿਚ ਬਣਾਉਣਾ ਜਿਹੜਾ ਉਹ ਜ਼ਰੂਰੀ ਹੀ ਮਸਟ ਹੀ ਸਮਝਿਆ ਜਾਂਦਾ ਸੀ। ਇਸ ਤੋਂ ਇਲਾਵਾ ਕੇਕਸ ਐਂਡ ਬੋਨਾਲਾਸ ਆਰ ਮਸਟ ਫੋਰ ਅ ਕ੍ਰਿਸਮਸ ਦੇ ਵਿੱਚ ਇਹ ਹੋਣੇ ਮੌਜੂਦ ਜ਼ਰੂਰੀ ਹੁੰਦੇ ਸੀ। ਹੁਣ ਰਾਈਟਰ ਦੱਸਣਾ ਚਾਹੁੰਦਾ ਹੈ ਕਿ ਕੋਈ ਵੀ ਵੱਡੇ ਤੋਂ ਵੱਡਾ ਫੰਕਸ਼ਨ, ਜਿਵੇਂ ਮੈਰਿਜ ਹੋ ਗਈ, ਇੰਗੇਜਮੈਂਟ ਹੋ ਗਈ, ਈਵਨ ਕ੍ਰਿਸਮਸ ਪਾਰਟੀ ਹੋ ਗਈ, ਪਾਰਟੀ ਦੇ ਵਿੱਚ ਫੀਸਟ ਜਿਹੜੀ ਸੀਗੀ ਮੇਨ ਉਹ ਕਿਹੜੀ ਮੰਨੀ ਜਾਂਦੀ ਸੀ, ਬ੍ਰੈਡ ਮੰਨੇ ਜਾਂਦੇ ਸੀ, ਲੋਫ ਮੰਨੇ ਜਾਂਦੇ ਸੀ, ਸਵੀਟ ਬ੍ਰੈਡ ਹੋ ਗਏ, ਬੋਨਾਲਾਸ ਹੋ ਗਏ, ਸਵੀਟ ਕੇਕਸ ਹੋ ਗਏ, ਮੰਨੇ ਜਾਂਦੇ ਸੀ। ਦ ਬੇਕਰ ਔਰ ਬ੍ਰੈਡ ਸੈਲਰ ਦੋਜ਼ ਡੇਜ਼ ਹੈਡ ਪੈਕੂਲਰ ਡਰੈਸ, ਉਸ ਟਾਈਮ 'ਤੇ ਜਿਹੜੇ ਬੇਕਰਸ ਹੁੰਦੇ ਸੀ ਉਹਨਾਂ ਦੀ ਇੱਕ ਪੈਕੂਲਰ ਡਰੈਸ ਹੁੰਦੀ ਸੀ ਜੋ ਸਪੈਸ਼ਲ ਉਹ ਪਹਿਨਦੇ ਸੀਗੇ, ਕਾਹਦੇ ਵਾਸਤੇ, ਆਪਣੀ ਬ੍ਰੈਡਸ ਨੂੰ ਸੈਲ ਕਰਨ ਵਾਸਤੇ। ਉਸ ਡਰੈਸ ਨੂੰ ਕੀ ਕਿਹਾ ਜਾਂਦਾ ਸੀ, ਕਬਾਈ ਇੱਕ ਇਹੋ ਜਿਹੀ ਡਰੈਸ ਸੀਗੀ। ਇਟ ਵਾਜ਼ ਅ ਸਿੰਗਲ ਪੀਸ ਲੌਂਗ ਫਰੋਕ ਹੁੰਦੀ ਸੀ ਸਿੰਗਲ ਪੀਸ ਦੀ, ਰੀਚਿੰਗ ਡਾਊਨ ਔਨ ਨੀਜ਼ ਤੱਕ ਉਹ ਪਹੁੰਚਦੀ ਸੀਗੀ। ਇਸ ਤੋਂ ਇਲਾਵਾ ਇਨ ਆਵਰ ਚਾਈਲਡਹੁੱਡ ਵੀ ਸਾ ਬੇਕਰਸ ਵੇਅਰਿੰਗ ਅ ਸ਼ਰਟ ਔਰ ਟਰਾਊਜ਼ਰ ਵਿਚ ਵਾਜ਼ ਸ਼ੋਰਟਰ ਦੈਨ, ਮਤਲਬ ਇਸ ਤੋਂ ਇਲਾਵਾ ਉਹ ਇੱਕ ਟਰਾਊਜ਼ਰ ਜਾਂ ਸ਼ਾਰਟ ਪੈਂਟ ਪਹਿਨਦੇ ਸੀਗੇ ਜੋ ਹਾਫ ਹੁੰਦੀ ਸੀ ਕਿੱਥੋਂ ਤੱਕ, ਉਹਨਾਂ ਦੇ ਨੀਜ਼ ਤੱਕ। ਹੁਣ ਇਸ ਤੋਂ ਇਲਾਵਾ ਕੀ ਦੱਸਿਆ ਗਿਆ, ਈਵਨ ਟੂਡੇ ਐਨੀਵਨ ਵੇਅਰ that type dress like a half pant reach just below knees invite comment that his dress is like a paddler, ਕਿ ਉਹਦੀ ਡਰੈਸ ਨੂੰ ਕਿਹਦੇ ਵਾਂਗੂ ਮੰਨਿਆ ਜਾਂਦਾ ਵਾ, ਪੈਡਰ ਦੇ ਵਾਂਗ, ਜੇਕਰ ਕਿਸੇ ਨੇ ਹਾਫ ਪੈਂਟ ਪਹਿਨੀ ਹੋਵੇ। ਦ ਬੇਕਰਸ ਯੂਜ਼ਲੀ ਕਲੈਕਟਡ ਹਿਜ਼ ਬਿਲਸ ਐਟ ਐਂਡ ਆਫ ਮੰਥ, ਜਿਹੜੇ ਬੇਕਰ ਸੀਗੇ ਉਹਨਾਂ ਦਾ ਪ੍ਰੋਫੈਸ਼ਨ ਇੰਨਾ ਜ਼ਿਆਦਾ ਮਸ਼ਹੂਰ ਸੀਗਾ ਕਿ ਉਹ ਮੰਥ ਦੇ ਲਾਸਟ ਵਿੱਚ ਕੀ ਕਰਦੇ ਸੀ, ਆਪਣੇ ਬਿਲਸ ਜਿਹੜੇ ਕਲੈਕਟ ਕਰਨ ਵਾਸਤੇ ਆਉਂਦੇ ਸੀ। ਮੰਥਲੀ ਅਕਾਊਂਟਸ ਯੂਜ਼ ਟੂ ਬੀ ਰਿਕਾਰਡਡ ਔਨ ਸਮ ਵਾਲ ਇਨ ਪੈਨਸਲ, ਕਿ ਉਹ ਇੱਕ ਵਾਲ ਦੇ ਉੱਪਰ ਪੈਨਸਲ ਦੇ ਨਾਲ ਕੀ ਕਰਦੇ ਸੀ, ਆਪਣੇ ਅਕਾਊਂਟ ਜਿਹੜੇ ਸੀ ਉਹ ਮੇਨਟੇਨ ਰੱਖਦੇ ਸੀ। ਬੇਕਿੰਗ ਵਾਜ਼ ਇੰਟੈਂਡਡ ਅ ਪ੍ਰੋਫਿਟੇਬਲ ਪ੍ਰੋਫੈਸ਼ਨ ਇਨ ਓਲਡ ਡੇ, ਪੁਰਾਣੇ ਸਮੇਂ ਦੇ ਵਿੱਚ ਬੇਕਿੰਗ ਕਰਨਾ ਜਿਹੜਾ ਸੀ ਇੱਕ ਬਹੁਤ ਹੀ ਜ਼ਿਆਦਾ ਪ੍ਰੋਫਿਟ ਵਾਲਾ ਪ੍ਰੋਫੈਸ਼ਨ ਹੁੰਦਾ ਸੀ। ਦ ਬੇਕਰ ਐਂਡ ਹਿਜ਼ ਫੈਮਿਲੀ ਨੈਵਰ ਸਟਾਰਵਡ, ਉਹ ਜਿਹੜੀ ਬੇਕਰ ਔਰ ਉਹਦੀ ਜਿਹੜੀ ਫੈਮਿਲੀ ਸੀ ਉਹ ਕਦੀ ਵੀ ਭੁੱਖੀ ਨਹੀਂ ਸੀ ਮਰਦੀ। ਈਵਨ ਹੀ ਔਰ ਹਿਜ਼ ਫੈਮਿਲੀ ਹਿਜ਼ ਸਰਵੈਂਟ ਆਲਵੇਜ਼ ਲੁਕਡ ਹੈਪੀ, ਜਿਹੜਾ ਬੇਕਰ ਵਾ ਉਹਦੀ ਫੈਮਿਲੀ ਜਿਹੜੀ ਆ ਜਾਂ ਉਹਦੇ ਜਿਹੜੇ ਸਰਵੈਂਟ ਆ ਉਹ ਹਮੇਸ਼ਾ ਹੀ ਖੁਸ਼ ਰਹਿੰਦੇ ਸੀ, ਪ੍ਰੋਸਪਰਸ ਰਹਿੰਦੇ ਸੀ, ਕਿਉਂਕਿ ਉਹਨਾਂ ਕੋਲੋਂ ਖਾਣ ਦੇ ਵਾਸਤੇ ਕੁਛ ਨਾ ਕੁਛ ਹਮੇਸ਼ਾ ਹੁੰਦਾ ਸੀ। ਦ ਪਲੰਪ ਫਿਜ਼ਿਕਸ ਵਾਜ਼ ਐਨ ਓਪਨ ਟੈਸਟੀਮਨੀ ਟੂ ਦਿਸ ਈਵਨ ਟੂਡੇ, ਕਹਿੰਦੇ ਕਿ ਜਿਹੜੀ ਉਹਦੀ ਫਿਜ਼ਿਕਸ ਸਾਈਕ ਸੀਗੀ ਬਹੁਤ ਹੀ ਜ਼ਿਆਦਾ ਮੋਟੀ ਸੀ, ਯਾਨੀ ਕਿ ਜਿਹੜੀ ਲੁੱਕਸ ਹੁੰਦੀ ਸੀ ਉਹ ਬੇਕਰ ਦੀ ਉਹ ਬਹੁਤ ਹੀ ਜ਼ਿਆਦਾ ਹੈਲਥੀ ਗੋਲ ਮਟੋਲ ਹੁੰਦੀ ਸੀ, ਉਹਦਾ ਪੇਟ ਕਾਫੀ ਵਧੀਆ ਹੁੰਦਾ ਸੀ, ਜੋ ਕਿ ਅੱਜ ਵੀ ਕੁਛ ਲੋਕਾਂ ਦੀ ਜਿਹੜੀ ਉਹ ਦੇਖੀ ਜਾ ਸਕਦੀ ਆ।
ਅੱਜ ਵੀ ਜੇਕਰ ਅਸੀਂ ਕਿਸੇ ਪਰਸਨ ਨੂੰ ਐਵੇਂ ਦੀ ਲੁੱਕ ਵਿੱਚ ਵੇਖੀਏ ਜਿਹਦੀ ਫਿਜ਼ਿਕਸ ਜਿਹੜੀ ਆ ਉਹਦੇ ਵਰਗੀ ਹੋਵੇ ਤੇ ਉਹਨੂੰ ਕੰਪੈਰੀਜ਼ਨ ਕੀਤਾ ਜਾਂਦਾ ਵਾ ਕਿਹਦੇ ਨਾਲ, ਬੇਕਰ ਦੇ ਨਾਲ। ਜਿਹੜਾ ਬੇਕਰ ਹੁੰਦਾ ਸੀ ਉਹਦੀ ਜਿਹੜੀ ਫਿਜ਼ੀਕਲ ਲੁੱਕ ਸੀਗੀ ਉਹ ਕਿਵੇਂ ਦੀ ਹੁੰਦੀ ਸੀ, ਇੱਕ ਜੈਕ ਫਰੂਟ ਵਰਗੀ। ਜੈਕ ਫਰੂਟ ਜਿਹੜਾ ਵਾ ਉਹ ਕੀ ਹੁੰਦਾ ਵਾ, ਗੋਲ ਮਟੋਲ ਹੁੰਦਾ ਵਾ, ਉਹਦੇ ਵਰਗੀ ਜਿਹੜੀ ਲੁੱਕ ਵਾ ਉਹ ਬੇਕਰ ਦੀ ਸਮਝੀ ਜਾਂਦੀ ਸੀ। ਅੱਜ ਕੱਲ੍ਹ ਵੀ ਜੇਕਰ ਇਸ ਤਰ੍ਹਾਂ ਦਾ ਲੁੱਕ ਜਿਹੜੀ ਹੈ ਕਿਸੇ ਪਰਸਨ ਦੀ ਦੇਖੀ ਜਾਵੇ ਤੇ ਉਹਨੂੰ ਕੀ ਕੀਤਾ ਜਾਂਦਾ ਵਾ, ਕੰਪੇਅਰ ਕੀਤਾ ਜਾਂਦਾ ਵਾ, ਉਹਦੀ ਫਿਜ਼ੀਕਲ ਅਪੀਅਰੈਂਸ ਜਿਹੜੀ ਹੈ ਕੰਪੈਰੀਜ਼ਨ ਕੀਤੀ ਜਾਂਦੀ ਹੈ ਕਿਹਦੇ ਨਾਲ, ਬੇਕਰ ਦੇ ਨਾਲ। ਸੋ ਇਸ ਪੂਰੇ ਚੈਪਟਰ ਦੇ ਵਿੱਚ ਕੀ ਕੀਤਾ ਗਿਆ ਵਾ, ਬੇਕਰਸ ਦੀ ਜਿਹੜੀ ਇੰਪੋਰਟੈਂਸ ਵਾ ਪੁਰਾਣੇ ਸਮੇਂ ਦੇ ਵਿੱਚ ਗੋਆ ਦੇ ਵਿੱਚ ਦੱਸੀ ਗਈ ਆ, ਉਹਦਾ ਥੋੜ੍ਹਾ ਕੰਪੈਰੀਜ਼ਨ ਜਿਹੜਾ ਵਾ ਅੱਜ ਕੱਲ੍ਹ ਦੀ ਕੰਡੀਸ਼ਨ ਦੇ ਵਿੱਚ, ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਕੀਤਾ ਗਿਆ ਵਾ ਕਿ ਅੱਜ ਕੱਲ੍ਹ ਵੀ ਬੇਕਰ ਦੀ ਜਿਹੜੀ ਇੰਪੋਰਟੈਂਟ ਜਿਹੜੀ ਆ ਉਹ ਕਿੰਨੀ ਆ। ਪਲੱਸ ਜਿਹੜਾ ਬੇਕਰ ਵਾ ਉਹਦੀ ਡਰੈਸ ਦੇ ਬਾਰੇ ਵਿੱਚ ਦੱਸਿਆ ਗਿਆ ਵਾ ਅਤੇ ਉਹਦੀ ਕਿਹੜੀ ਫੈਸਟੀਵਲਸ ਦੇ ਵਿੱਚ ਕਿੰਨੀ ਜ਼ਿਆਦਾ ਇੰਪੋਰਟੈਂਸ ਹੁੰਦੀ ਸੀ ਔਰ ਅੱਜ ਕਿੰਨੀ ਜ਼ਿਆਦਾ ਇੰਪੋਰਟੈਂਟ ਵਾ, ਇਸ ਚੀਜ਼ ਦੇ ਬਾਰੇ ਦੇ ਵਿੱਚ ਇਸ ਚੈਪਟਰ ਦੇ ਵਿੱਚ ਦੱਸਿਆ ਗਿਆ ਹੈ।